हाँ जी स्टूडेंट्स, ਜਿਹੜਾ ਅੱਜ ਆਪਾਂ ਟੌਪਿਕ ਕਰਨਾ ਹੈ ਕੌਨਸਟ੍ਰੇਂਟਸ ਔਨ ਰਿਕਰੂਟਮੈਂਟ ਦੇ ਕਿਹੜੇ ਕੌਨਸਟ੍ਰੇਂਟਸ ਨੇ। ਮਤਲਬ ਵੀ ਜਿਹੜੀ ਰਿਕਰੂਟਮੈਂਟ ਆ ਉਹਦੇ ਵਿੱਚ ਕਿਹੜੀਆਂ ਪ੍ਰੋਬਲਮਸ ਨੇ ਜਿਹੜੀਆਂ ਫੇਸ ਕਰਨੀਆਂ ਪੈਂਦੀਆਂ ਕਿਸੇ ਵੀ ਆਰਗੇਨਾਈਜੇਸ਼ਨ ਨੂੰ। ਸਭ ਤੋਂ ਪਹਿਲਾਂ ਹੈ ਰਿਕਰੂਟਮੈਂਟ ਕੋਈ ਈਜ਼ੀ ਜੌਬ ਨਹੀਂ ਹੈ। ਹਰ ਇੱਕ ਆਰਗੇਨਾਈਜੇਸ਼ਨ ਨੂੰ ਕਾਫੀ ਸਾਰੀਆਂ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਨੇ ਜਦੋਂ ਉਹ ਆਰਗੇਨਾਈਜੇਸ਼ਨਸ ਦੇ ਵਿੱਚ ਆਪਦੇ ਇੰਪਲੋਇਜ਼ ਨੂੰ ਰਿਕਰੂਟ ਕਰਦੇ ਆ। ਸੋ ਜਿਹੜੀਆਂ ਉਹਨਾਂ ਦੇ ਵਿੱਚ ਕੁਛ ਪ੍ਰੋਬਲਮਸ ਨੇ ਉਹ ਆਪਾਂ ਨੀਚੇ ਡਿਸਕਸ ਕਰਦੇ ਹਾਂ। ਪਹਿਲੀ ਹੈ ਜੀ ਇਮੇਜ ਆਫ ਦਾ ਆਰਗੇਨਾਈਜੇਸ਼ਨ, ਮਤਲਬ ਉਸ ਆਰਗੇਨਾਈਜੇਸ਼ਨ ਦੀ ਕਿਸ ਤਰ੍ਹਾਂ ਦੀ ਇਮੇਜ ਬਣੀ ਹੋਈ ਹੈ ਲੋਕਾਂ ਦੀ ਨਿਗਾਹ ਦੇ ਵਿੱਚ। ਇਫ ਦਾ ਰੈਪੂਟੇਸ਼ਨ ਆਫ ਦਾ ਆਰਗੇਨਾਈਜੇਸ਼ਨ ਇਜ਼ ਨਾਟ ਗੁੱਡ, efficient and expert person do not participate in the recruitment process of the organization। ਮੰਨ ਲਓ ਕਿਸੇ ਆਰਗੇਨਾਈਜੇਸ਼ਨ ਦੀ ਬਹੁਤ ਹੀ ਜ਼ਿਆਦਾ ਇਮੇਜ ਨਹੀਂ ਬਣੀ ਹੋਈ ਲੋਕਾਂ ਦੀ ਨਿਗਾਹ ਦੇ ਵਿੱਚ, ਤਾਂ ਉੱਥੇ ਜ਼ਿਆਦਾ ਐਫੀਸ਼ੀਐਂਟ ਐਕਸਪਰਟ ਪਰਸਨ ਆ ਜਿਹੜੇ ਉਹ ਪਾਰਟੀਸਪੇਟ ਨਹੀਂ ਕਰਨਗੇ ਭਰਤੀ ਦੇ ਵਿੱਚ। ਦੇਅਰ ਮੇ ਬੀ ਸੈਵਰਲ ਰੀਜ਼ਨਸ ਫॉर ਬੈਡ ਰੈਪੂਟੇਸ਼ਨ ਆਫ ਦ ਆਰਗੇਨਾਈਜੇਸ਼ਨ। ਹੁਣ ਉਸ ਆਰਗੇਨਾਈਜੇਸ਼ਨ ਦੀ ਬੈਡ ਰੈਪੂਟੇਸ਼ਨ ਹੋਣ ਦੇ ਕਈ ਕਾਰਨ ਹੋ ਸਕਦੇ ਆ, ਸੱਚ ਐਜ਼ ਇੰਪਰੋਪਰ ਬਿਹੇਵੀਅਰ ਆਫ ਦਾ ਮੈਨੇਜਮੈਂਟ, ਟੂ ਮਚ ਇੰਟਰਵੈਂਸ਼ਨ ਬਾਏ ਦਾ ਮੈਨੇਜਮੈਂਟ, ਪੂਅਰ ਵਰਕਿੰਗ ਕੰਡੀਸ਼ਨਸ, ਲੋ ਸੈਲਰੀ ਐਟਸੈਟਰਾ। ਸੋ ਕਈ ਸਾਰੇ ਕਾਰਨ ਹੋ ਸਕਦੇ ਆ, ਜਿਵੇਂ ਉਹਨਾਂ ਦਾ ਉਹਨਾਂ ਦੀ ਮੈਨੇਜਮੈਂਟ ਦਾ ਬਿਹੇਵੀਅਰ ਦਾ ਵਧੀਆ ਨਾ ਹੋਣਾ, ਜਾਂ ਫਿਰ ਉਹਨਾਂ ਦੀ ਮੈਨੇਜਮੈਂਟ ਦੀ ਬਹੁਤ ਜ਼ਿਆਦਾ ਦਖਲਅੰਦਾਜ਼ੀ ਦਾ ਹੋਣਾ, ਜਾਂ ਵਰਕਿੰਗ ਕੰਡੀਸ਼ਨ ਵਧੀਆ ਨਾ ਹੋਣਾ, ਜਾਂ ਫਿਰ ਸੈਲਰੀ ਵੀ ਹੋ ਸਕਦਾ ਉਹ ਘੱਟ ਦਿੰਦੇ ਹੋਣ। ਸੋ ਸੱਚ ਆਰਗੇਨਾਈਜੇਸ਼ਨਸ ਕੈਨ ਨਾਟ ਅਟਰੈਕਟ ਐਫੀਸ਼ੀਐਂਟ ਐਂਡ ਐਕਸਪਰਟ ਇੰਪਲੋਈਜ਼ ਈਵਨ ਬਾਈ ਪੇਇੰਗ ਹਾਇਰ ਸੈਲਰੀਜ਼। ਸੋ ਜੇ ਉੱਥੋਂ ਦੀ ਮੈਨੇਜਮੈਂਟ ਵਧੀਆ ਨਹੀਂ ਹੈ, ਜਾਂ ਆਪਾਂ ਕਹਿ ਦਈਏ ਵਰਕਿੰਗ ਕੰਡੀਸ਼ਨ ਵਧੀਆ ਨਹੀਂ ਹੈ, ਚਾਹੇ ਉਹ ਜ਼ਿਆਦਾ ਸੈਲਰੀ ਆਫਰ ਕਰ ਲੈਣ, ਫਿਰ ਉੱਥੇ ਇੰਪਲੋਈਜ਼ ਕੰਮ 'ਤੇ ਨਹੀਂ ਲੱਗਦੇ ਹੁੰਦੇ। ਅੱਗੇ ਹੈ ਵਰਕਿੰਗ ਇਨਵਾਇਰਮੈਂਟ। If the working environment of the organization is not good, if there is a stress, psychological pressure, monotony or too much interference of the management in the working environment, efficient employees are not ready to work in the organization। ਮੰਨ ਲਓ ਆਰਗੇਨਾਈਜੇਸ਼ਨ ਦੇ ਵਿੱਚ ਜਿਹੜਾ ਕੰਮ ਕਰਨ ਦਾ ਇਨਵਾਇਰਮੈਂਟ ਹੈ ਉਹ ਵਧੀਆ ਨਹੀਂ ਹੈ, ਜਾਂ ਕਹਿ ਦਈਏ ਬਹੁਤ ਜ਼ਿਆਦਾ ਲੋਕ ਜਿਹੜੇ ਇੰਪਲੋਈਜ਼ ਆ ਉਹਨਾਂ ਦੇ ਉੱਪਰ ਕੰਮ ਦਾ ਬੋਝ ਪਾਈ ਰੱਖਦੇ ਆ, ਦਿਮਾਗੀ ਤੌਰ 'ਤੇ ਬਹੁਤ ਪ੍ਰੈਸ਼ਰ ਪਾ ਕੇ ਰੱਖਦੇ ਆ। ਜਿਹੜਾ ਕੰਮ ਆ ਉਹਦੇ ਵਿੱਚ ਕਾਫੀ ਮੋਨੋਟਨੀ ਆ, ਮਤਲਬ ਬਹੁਤ ਬੋਰਿੰਗ ਕੰਮ ਆ, ਜਾਂ ਕਹਿ ਦਈਏ ਆਰਗੇਨਾਈਜੇਸ਼ਨ ਬਹੁਤ ਜ਼ਿਆਦਾ ਇੰਟਰਫੇਰੈਂਸ ਕਰਦੀ ਆ ਕੰਮ ਦੇ ਵਿੱਚ, ਤਾਂ ਉੱਥੇ ਐਫੀਸ਼ੀਐਂਟ ਇੰਪਲੋਈਜ਼ ਵਰਕ ਨਹੀਂ ਕਰਦੇ, ਠੀਕ ਆ, ਜਾਂ ਆਪਾਂ ਕਹਿ ਦਈਏ ਉੱਥੇ ਭਰਤੀ ਦੇ ਲਈ ਉਹ ਆਉਂਦੇ ਨਹੀਂ। ਬਟ ਇਫ ਐਨ ਆਰਗੇਨਾਈਜੇਸ਼ਨ ਹੈਜ਼ ਕੰਸਟਰਕਟਿਵ ਵਰਕਿੰਗ ਇਨਵਾਇਰਮੈਂਟ, ਇਟ ਹੈਜ਼ ਨੋ ਪ੍ਰੋਬਲਮ ਇਨ ਦਾ ਰਿਕਰੂਟਮੈਂਟ। ਬਟ ਜੇ ਮੰਨ ਲਓ ਕੋਈ ਇਸ ਤਰ੍ਹਾਂ ਦੀ ਆਰਗੇਨਾਈਜੇਸ਼ਨ ਹੈ ਜਿਨ੍ਹਾਂ ਦਾ ਵਰਕਿੰਗ ਇਨਵਾਇਰਮੈਂਟ ਵਧੀਆ ਹੈ, ਤਾਂ ਉੱਥੇ ਰਿਕਰੂਟਮੈਂਟ ਦੀ ਕੋਈ ਵੀ ਪ੍ਰੋਬਲਮ ਨਹੀਂ ਆਊਗੀ। ਅੱਗੇ ਹੈ ਆਰਗੇਨਾਈਜੇਸ਼ਨਲ ਪੋਲਿਸੀਜ਼। If an organization follows the policy of external recruitment, then efficient and expert persons from within the organization do not participate in its recruitment process। ਮੰਨ ਲਓ ਕਿਸੇ ਸੰਸਥਾ ਦੇ ਵਿੱਚ ਇਸ ਤਰ੍ਹਾਂ ਦੀ ਪਾਲਿਸੀ ਹੈ ਵੀ ਜੇ ਭਰਤੀ ਕਰਨੀ ਹੈ ਤਾਂ ਬਾਹਰੋਂ ਹੀ ਕਰਨੀ ਆ, ਵਿਦਿਨ ਦਾ ਆਰਗੇਨਾਈਜੇਸ਼ਨ ਨਹੀਂ ਕਰਨੀ, ਤਾਂ ਉਹਦੇ ਵਿੱਚ ਜਿਹੜੇ ਕੰਪਨੀ ਦੇ ਅੰਦਰ ਕੰਮ ਕਰਨ ਵਾਲੇ ਲੋਕ ਆ ਉਹ ਉਸ ਰਿਕਰੂਟਮੈਂਟ ਦੇ ਵਿੱਚ ਪਾਰਟੀਸਪੇਟ ਨਹੀਂ ਕਰਨਗੇ। ਦਿਸ ਇਜ਼ ਸੋ ਬਿਕੋਜ਼ ਡਿਊ ਟੂ ਐਕਸਟਰਨਲ ਰਿਕਰੂਟਮੈਂਟ ਦੇ ਹੈਵ ਨੋ ਐਕਸਪੈਕਟੇਸ਼ਨ ਆਫ ਬੀਇੰਗ ਪ੍ਰਮੋਟਡ ਔਨ ਦਾ ਬੇਸਿਸ ਆਫ ਦੇਅਰ ਐਫੀਸ਼ੀਐਂਸੀ ਐਂਡ ਐਕਸਪਰਟੀਜ਼। ਕਿਉਂਕਿ ਹੁਣ ਉਹਨਾਂ ਦੀ ਕੰਪਨੀ ਦੀ ਪੋਲਿਸੀ ਇੱਦਾਂ ਦੀ ਆ ਕਿ ਉਹਨਾਂ ਨੇ ਸਾਰੇ ਪਰਸਨ ਬਾਹਰੋਂ ਰੱਖਣੇ ਆ, ਤਾਂ ਜਿਹੜੇ ਅੰਦਰ ਆਲਰੇਡੀ ਕੰਮ ਕਰ ਰਹੇ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਆਸ ਨਹੀਂ ਹੁੰਦੀ, ਕੋਈ ਐਕਸਪੈਕਟੇਸ਼ਨ ਨਹੀਂ ਹੁੰਦੀ ਵੀ ਸਾਨੂੰ ਸਾਡੀ ਐਫੀਸ਼ੀਐਂਸੀ ਦੇ ਹਿਸਾਬ ਨਾਲ ਜਾਂ ਸਾਡੇ ਐਕਸਪੀਰੀਅੰਸ ਜਾਂ ਐਕਸਪਰਟੀ ਦੇ ਹਿਸਾਬ ਨਾਲ ਸਾਨੂੰ ਪ੍ਰਮੋਟ ਕੀਤਾ ਜਾਊਗਾ। ਅੱਗੇ ਇਹਦੇ ਵਿੱਚ ਹੈ ਪ੍ਰੈਸ਼ਰ ਆਫ ਟ੍ਰੇਡ ਯੂਨੀਅਨਸ। ਇਫੈਕਟਿਵ ਐਂਡ ਪਾਵਰਫੁਲ ਟ੍ਰੇਡ ਯੂਨੀਅਨਸ ਆਲਸੋ ਇਫੈਕਟ ਦਾ ਪ੍ਰੋਸੈਸ ਆਫ ਰਿਕਰੂਟਮੈਂਟ। ਜਿਹੜਾ ਭਰਤੀ ਦਾ ਪ੍ਰੋਸੈਸ ਹੈ ਇਸ ਨੂੰ ਜਿਹੜੀਆਂ ਪਾਵਰਫੁਲ ਟ੍ਰੇਡ ਯੂਨੀਅਨਸ ਹੁੰਦੀਆਂ ਨੇ, ਮਤਲਬ ਲੇਬਰ ਵਾਲੀਆਂ ਯੂਨੀਅਨਸ ਬਣੀਆਂ ਹੁੰਦੀਆਂ, ਉਹ ਵੀ ਪ੍ਰਭਾਵਿਤ ਕਰਦੀਆਂ ਨੇ। ਟ੍ਰੇਡ ਯੂਨੀਅਨਸ ਪ੍ਰੈਸ਼ਰਾਈਜ਼ ਦਾ ਮੈਨੇਜਮੈਂਟ ਟੂ ਰਿਕਰੂਟ ਸਮ ਆਫ ਦਾ ਇੰਪਲੋਈਜ਼ ਐਟ ਅ ਟੋਪ ਪੋਜੀਸ਼ਨ ਵਿਦਿਨ ਦਾ ਆਰਗੇਨਾਈਜੇਸ਼ਨ। ਸੋ ਇਹ ਯੂਨੀਅਨਸ ਕੀ ਕਰਦੀਆਂ ਨੇ, ਮੈਨੇਜਮੈਂਟ ਦੇ ਉੱਪਰ ਆਪਦਾ ਪ੍ਰੈਸ਼ਰ ਬਣਾਉਂਦੀਆਂ ਨੇ ਵੀ ਜਿਹੜੀਆਂ ਕੁਛ ਟੋਪ ਪੋਜੀਸ਼ਨਸ ਨੇ ਉਹਨਾਂ ਦੇ ਉੱਪਰ ਤੁਸੀਂ ਆਰਗੇਨਾਈਜੇਸ਼ਨ ਦੇ ਵਿੱਚੋਂ ਹੀ ਪਰਸਨ ਸਿਲੈਕਟ ਕਰੋ, ਠੀਕ ਆ, ਮਤਲਬ ਜਿਹੜੇ ਐਗਜ਼ਿਸਟਿੰਗ ਪਹਿਲਾਂ ਵਾਲੇ ਹੈਗੇ ਆ ਉਹਨਾਂ ਦੇ ਵਿੱਚੋਂ ਹੀ ਸਿਲੈਕਟ ਕਰੋ। ਕੌਨਸੀਕੁਐਂਟਲੀ ਮੈਨੇਜਮੈਂਟ ਫੀਲਸ ਕੌਨਸਟ੍ਰੇਂਟ ਇਨ ਰਿਕਰੂਟਿੰਗ ਪਰਸਨਸ ਐਟ ਟੋਪ ਪੋਜੀਸ਼ਨਸ ਫਰੋਮ ਐਕਸਟਰਨਲ ਸੋਰਸਿਸ। ਸੋ ਕਈ ਵਾਰ ਉਹਨਾਂ ਨੂੰ ਆਪ ਨੂੰ ਵੀ ਲੱਗਦਾ ਵੀ ਅਸੀਂ ਬਾਹਰਲੀਆਂ ਪੋਜੀਸ਼ਨਾਂ ਤੋਂ ਨਹੀਂ ਰੱਖਣੇ, ਅੰਦਰੋਂ ਹੀ ਰੱਖ ਲਈਏ, ਬਟ ਕਈ ਵਾਰ ਉਹਨਾਂ ਦੇ ਮਨ ਦੇ ਵਿੱਚ ਮੈਨੇਜਮੈਂਟ ਦੇ ਇਹ ਹੁੰਦਾ ਵੀ ਅਸੀਂ ਬਾਹਰੋਂ ਪਰਸਨ ਰੱਖੀਏ। ਸੋ ਇੱਥੇ ਉਹ ਕੀ ਫੀਲ ਕਰਦੇ ਆ, ਪ੍ਰੋਬਲਮ ਫੀਲ ਕਰਦੇ ਆ ਇਹ ਚੀਜ਼ ਦੀ ਵੀ ਜੇ ਉਹਨਾਂ ਨੂੰ ਕੋਈ ਪ੍ਰੈਸ਼ਰਾਈਜ਼ ਕਰਾ ਕੇ ਵਿਦਿਨ ਦਾ ਆਰਗੇਨਾਈਜੇਸ਼ਨ ਦੇ ਵਿੱਚੋਂ ਹੀ ਇੰਪਲੋਈਜ਼ ਨੂੰ ਟੋਪ ਪੋਜੀਸ਼ਨ ਦੇ ਉੱਪਰ ਰਖਵਾਉਂਦਾ ਵਾ। ਤਾਂ ਲਾਸਟ ਪੁਆਇੰਟ ਹੈ ਇਹਦੇ ਵਿੱਚ ਗਵਰਨਮੈਂਟ ਪੋਲਿਸੀਜ਼। ਹੁਣ ਦੇਖੋ ਗਵਰਨਮੈਂਟ ਦੀਆਂ ਵੀ ਕੁਛ ਇੱਦਾਂ ਦੀਆਂ ਪੋਲਿਸੀਜ਼ ਹੁੰਦੀਆਂ ਨੇ ਜਿਨ੍ਹਾਂ ਦੇ ਕਰਕੇ ਆਰਗੇਨਾਈਜੇਸ਼ਨ ਨੂੰ ਕਾਫੀ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ। ਹੁਣ ਜਿਵੇਂ ਆਪਾਂ ਹੀ ਆਪਦੀ ਡੇਲੀ ਲਾਈਫ 'ਚ ਵੀ ਇਹ ਚੀਜ਼ਾਂ ਦੇਖਦੇ ਹਾਂ, ਸਰਕਾਰ ਦੀਆਂ ਕੁਛ ਪੋਲਿਸੀਜ਼ ਹੁੰਦੀਆਂ ਨੇ, ਜਿਵੇਂ ਗਵਰਨਮੈਂਟ ਕੁਛ ਪਰਸੈਂਟੇਜ ਰੱਖ ਦਿੰਦੀ ਹੈ ਰਿਜ਼ਰਵੇਸ਼ਨ ਦੇ ਲਈ ਵੀ ਇੰਪਲੋਇਮੈਂਟ ਦੇ ਵਿੱਚ ਇੰਨੀਆਂ SC ਕਾਸਟ ਦੀਆਂ ਪੋਸਟਾਂ ਹੋਣਗੀਆਂ, ਇੰਨੀਆਂ ST ਹੋਣਗੀਆਂ, ਮਤਲਬ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ, ਠੀਕ ਆ, ਜਾਂ ਅਦਰ ਬੈਕਵਰਡ ਕਲਾਸਿਸ ਜਿਹਨੂੰ OBC ਕਹਿ ਦਿੰਦੇ ਆ, ਜਾਂ ਵਿਮਨ ਲਈ। ਤਾਂ ਇਹ ਸਾਰੀਆਂ ਕੀ ਨੇ, ਇੱਕ ਤਰ੍ਹਾਂ ਦਾ ਆਪਾਂ ਕਹਿ ਦਈਏ ਪ੍ਰੋਬਲਮ ਆ ਜਿਹੜੀ ਸਾਨੂੰ ਆਪਾਂ ਜੇ ਫਰੀਡਮ ਦੇ ਨਾਲ
ਨਾਲ ਰਿਕਰੂਟਮੈਂਟ ਦਾ ਪ੍ਰੋਸੈਸ ਕਰਨਾ ਹੋਵੇ ਤਾਂ ਉਸ ਰਸਤੇ ਦੇ ਵਿੱਚ ਉਸ ਪ੍ਰੋਸੈਸ ਦੇ ਵਿੱਚ ਇਹ ਇੱਕ ਤਰ੍ਹਾਂ ਦੀ ਪ੍ਰੋਬਲਮ ਜਾਂ ਕਹਿੰਦੇ ਆਬਸਟੀਕਲ ਕ੍ਰੀਏਟ ਕਰਦੀਆਂ। ਇਹ ਸਾਰੇ ਜਿਹੜੇ 5 ਪੁਆਇੰਟ ਆਪਾਂ ਪੜ੍ਹੇ, ਠੀਕ ਆ। ਨੈਕਸਟ ਵੀਡੀਓ ਦੇ ਵਿੱਚ ਆਪਾਂ ਜਿਹੜੇ ਰਿਸੋਰਸ ਨੇ ਰਿਕਰੂਟਮੈਂਟ ਦੇ ਇੰਟਰਨਲ ਤੇ ਐਕਸਟਰਨਲ ਉਹ ਡਿਸਕਸ ਕਰਾਂਗੇ।